ਸਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਐ, ਗੁਰ ਕੈ ਸਹਿਜ ਸੁਭਾਏ। ਆਤਮੇ ਨੋ ਆਤਮੇ ਦੀ ਪ੍ਰਤੀਤ ਹੋਏ, ਤਾ ਘਰ ਹੀ ਪਰਚਾ ਪਾਏ। ਆਤਮਾ ਦਿਓ ਪੂਜੀਐ, ਗੁਰ ਕੈ ਸਹਿਜ ਸੁਭਾਏ। ਆਤਮੇ ਨੋ ਆਤਮੇ ਦੀ ਪ੍ਰਤੀਤ ਹੋਏ, ਤਾ ਘਰ ਹੀ ਪਰਚਾ ਪਾਏ। ਆਤਮਾ ਅਡੋਲ ਨਾ ਡੋਲਾਈ, ਗੁਰ ਕੈ ਭਾਏ ਸੁਭਾਏ। ਗੁਰ ਬਿਨ ਸਹਿਜ ਨਾ ਆਵਈ, ਲੋਭ ਮੈਲ ਨਾ ਵਿੱਚ ਹੋ ਜਾਏ। ਖਿਨ ਪਲ ਹਰ ਨਾਮ ਮਨ ਬਸੈ, ਸਭ 68 ਤੀਰਥ ਨਾਏ। ਸੱਚੇ ਮੈਲ ਨਾ ਲੱਗਈ, ਮਲ ਲਾਗੈ ਦੂਜੈ ਭਾਏ। ਧੋਤੀ ਮੂਲ ਨਾ ਉਤਰੈ, ਜੇ 68 ਤੀਰਥ ਨਾਏ। ਮਨ ਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖ ਦੁੱਖ ਕਮਾਏ। ਨਾਨਕ ਮੈਲਾ ਉਜਲਤਾ ਥੀਐ, ਜਾ ਸਤਿਗੁਰ ਮਾਹਿ ਸਮਾਏ। ਮਨ ਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਨਾਨਕ ਮੈਲਾ ਉਜਲਤਾ ਥੀਐ, ਜਾ ਸਤਿਗੁਰ ਮਾਹਿ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜਗਤ ਅੰਦਰ ਕੋਈ ਬੁੱਤਾਂ ਦਾ ਪੂਜਨ ਕਰਦਾ ਹੈ, ਕੋਈ ਕਿਸੇ ਢੰਗ ਦੇ ਨਾਲ ਪੂਜਾ ਕਰਦਾ ਹੈ। ਮਹਾਰਾਜ ਸਾਨੂੰ ਕਿਸ ਢੰਗ ਦੇ ਨਾਲ ਪੂਜਾ ਕਰਨੀ ਚਾਹੀਦੀ ਹੈ, ਕਿਵੇਂ ਦੀ ਕੀਤੀ ਇਹ ਪੂਜਾ ਸਫਲੀ ਹੁੰਦੀ ਹੈ। ਆਪ ਮਹਾਰਾਜ ਕਿਰਪਾ ਕਰਕੇ ਸਾਨੂੰ ਪਰਮ ਉਪਦੇਸ਼ ਬਖਸ਼ੋ। ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ।
ਸਜੇ ਹੋ ਦੀਵਾਨ ਅੰਦਰ ਸਤਿਗੁਰੂ ਜੀ ਸਿੱਖਾਂ ਦੇ ਬੇਨਤੀ ਕਰਨ ਤੇ ਪਰਮ ਉਪਦੇਸ਼ ਬਖਸ਼ਿਸ਼ ਕਰਦੇ ਆ। ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ, ਕਿਉਂਕਿ ਸਾਧ ਸੰਗਤ ਜੀ ਜਗਤ ਅੰਦਰ ਜੋ ਪੂਜਾ ਦੀ ਵਿਧਾਨਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਜੋ ਬਚਨ ਕੀਤੇ ਆ, ਜਗਤ ਬਾਬਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਿਆਨਤਾ ਕਰਕੇ ਹਰ ਕੋਈ ਮਨੁੱਖ ਦਾਅਵਾ ਕਰਦਾ ਕਿ ਮੈਂ ਬਹੁਤ ਵੱਡਾ ਪੁਜਾਰੀ ਹਾਂ, ਮੇਰੇ ਵਰਗੀ ਕੋਈ ਪੂਜਾ ਜਗਤ ਅੰਦਰ ਨਹੀਂ ਕਰਦਾ। ਪਰ ਜਦੋਂ ਤੱਕ ਪਰਮਾਤਮਾ ਦਾ ਭਜਨ ਨਹੀਂ ਕੀਤਾ ਜਾਂਦਾ, ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਕਿਸੇ ਵੀ ਢੰਗ ਦੇ ਨਾਲ ਕੋਈ ਪੂਜਨ ਕਰਕੇ ਯਤਨ ਕਰ ਲਵੇ, ਕਦੇ ਉਹਨੂੰ ਸਫਲਤਾ ਨਹੀਂ ਪ੍ਰਾਪਤ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਫਰਮਾਨ ਹਨ, ਪੂਜਾ ਕੀਚੈ ਨਾਮ ਤੇ ਆਈਐ, ਵਿਣ ਨਾਵੈ ਪੂਜ ਨਾ ਹੋਏ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਕੋਈ ਕੀਤੀ ਹੋਈ ਪੂਜਾ ਸਫਲ ਹੀ ਨਹੀਂ ਹੋ ਸਕਦੀ। ਔਰ ਜੋ ਆਤਮਾ ਅਡੋਲ ਹੈ, ਪ੍ਰਕਾਸ਼ ਰੂਪ ਦਾ ਚਿੰਤਨ ਕਰਨਾ, ਪੂਜਨ ਕਰਨਾ, ਉਹ ਪਰਮੇਸ਼ਰ ਦਾ ਨਾਮ ਜਪਣਾ ਹੀ ਪਰਮਾਤਮਾ ਦੀ ਪੂਜਾ ਹੈ। ਇਸ ਲਈ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਿਆਰ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਐ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਐ, ਐ ਗੁਰਸਿੱਖੋ, ਆਤਮਾ ਸਰੂਪ ਜੋ ਪਰਮੇਸ਼ਰ ਜੀਵਾਂ ਦੇ ਅੰਦਰ ਆਤਮਾ ਰੂਪ ਹੋ ਕਰਕੇ ਵਰਤ ਰਿਹਾ ਹੈ, ਦਿਓ ਨਾਮ ਹੈ ਪ੍ਰਕਾਸ਼ ਦਾ। ਸਭ ਜੀਵਾਂ ਦੇ ਅੰਦਰ ਆਤਮਾ ਰੂਪ ਹੋ ਕੇ ਪ੍ਰਕਾਸ਼ ਕਰ ਰਿਹਾ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਪਰਮਾਤਮਾ ਦੀ ਜੋਤ ਕਰਕੇ ਹੀ ਜੀਵਾਂ ਦੇ ਅੰਦਰ ਪ੍ਰਕਾਸ਼ ਹੋ ਰਿਹਾ ਹੈ। ਨੇਤਰਾਂ ਨੂੰ ਦੇਖਣ ਦਾ ਪ੍ਰਕਾਸ਼ ਮਿਲ ਰਿਹਾ, ਕੰਨਾਂ ਨੂੰ ਸੁਣਨੇ ਦਾ ਪ੍ਰਕਾਸ਼ ਮਿਲ ਰਿਹਾ, ਜ਼ਬਾਨ ਨੂੰ ਬੋਲਣ ਦਾ ਪ੍ਰਕਾਸ਼ ਮਿਲ ਰਿਹਾ। ਭਾਵ ਹਰ ਇੱਕ ਜੀਵ ਦੇ ਸਰੀਰ ਦੇ ਅੰਦਰ ਪਰਮਾਤਮਾ ਦੀ ਜੋਤ ਵਰਤ ਰਹੀ ਹੈ। ਉਸ ਜੋਤ ਕਰਕੇ ਹੀ ਜੀਵਾਂ ਦੇ ਅੰਦਰ ਪ੍ਰਕਾਸ਼ ਹੋ ਰਿਹਾ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ, ਐ ਜੀਵਾ, ਜੇ ਪੂਜਨ ਕਰਨਾ ਹੀ ਹੈ ਤਾਂ ਪ੍ਰਕਾਸ਼ ਸਰੂਪ ਪਰਮੇਸ਼ਰ ਦਾ ਪੂਜਨ ਕਰ, ਜੋ ਤੇਰੇ ਅੰਦਰ ਆਤਮਾ ਰੂਪ ਹੋ ਕਰਕੇ ਵਰਤ ਰਿਹਾ ਹੈ। ਗੁਰ ਕੈ ਸਹਿਜ ਸੁਭਾਏ। ਫਿਰ ਸਹਿਜ ਬੜੇ ਸ਼ਾਂਤੀ ਪੂਰਵਕ ਹੋ ਕਰਕੇ, ਕਾਲਾਪਨ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਸੋ ਭਾਏ, ਸ੍ਰੇਸ਼ਟ ਭਾਏ, ਸ੍ਰੇਸ਼ਟ ਪ੍ਰੀਰ ਧਾਰਨ ਕਰਕੇ, ਸ੍ਰੇਸ਼ਟ ਗਿਆਨ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਕਰਕੇ ਪਰਮੇਸ਼ਰ ਦਾ ਪੂਜਨ ਕਰ। ਕਿਉਂਕਿ ਕੋਈ ਵੀ ਜਗਤ ਅੰਦਰ ਮਨੁੱਖ ਕੰਮ ਕਾਰਜ ਕਰਦਾ ਹੈ, ਉਹਦੇ ਵਾਸਤੇ ਪਹਿਲਾਂ ਉਹ ਗਿਆਨ ਪ੍ਰਾਪਤ ਕਰਦਾ ਹੈ, ਪਹਿਲਾਂ ਸਿੱਖਿਆ ਧਾਰਨ ਕਰਦਾ ਹੈ, ਸਿੱਖਦਾ ਹੈ, ਫਿਰ ਗਿਆਨ ਸੋਝੀ ਮਿਲਦੀ ਹੈ, ਤਾਂ ਫਿਰ ਉਹ ਮੰਜ਼ਿਲ ਤੇ ਪਹੁੰਚਦਾ ਹੈ। ਤਾਂ ਸਹੀ ਢੰਗ ਦੇ ਨਾਲ ਉਹ ਕਾਰਜ ਕਰਕੇ ਫਿਰ ਸਫਲਤਾ ਪ੍ਰਾਪਤ ਕਰਦਾ ਹੈ। ਜੇ ਮਨੁੱਖ ਨੂੰ ਸਮਝ ਹੀ ਨਾ ਹੋਵੇ ਤੇ ਕੋਈ ਦੁਨਿਆਵੀ ਕਾਰਜ ਵੀ ਪੂਰਾ ਨਹੀਂ ਕਰ ਸਕਦਾ, ਉਹ ਨੇਪਰੇ ਚੜ੍ਹ ਹੀ ਨਹੀਂ ਸਕਦਾ, ਕਿਉਂਕਿ ਸਮਝ ਨਹੀਂ ਹੈ, ਅਗਿਆਤ ਹੈ। ਇੱਕ ਬੱਚਾ ਹੈ, ਉਸ ਨੂੰ ਕੋਈ ਵੱਡਾ ਕਾਰਜ ਕਰਨ ਵਾਸਤੇ ਦੇ ਦਿੱਤਾ ਜਾਵੇ, ਬੇਸਮਝ ਕੋਈ ਸਮਝ ਨਾ ਹੋਵੇ, ਸਾਧ ਸੰਗਤ ਜੀ ਪੂਰਾ ਨਹੀਂ ਕਰ ਸਕੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਤੱਕ ਮਨੁੱਖ ਸਤਿਗੁਰੂ ਜੀ ਤੋਂ ਗਿਆਨ ਦੀ ਦਾਤ ਨਹੀਂ ਪ੍ਰਾਪਤ ਕਰਦਾ, ਉਦੋਂ ਤੱਕ ਜਾਣੋ ਕਿ ਇੱਕ ਬੱਚੇ ਦੀ ਤਰ੍ਹਾਂ ਹੈ, ਅਗਿਆਤ ਹੈ, ਅਗਿਆਨੀ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਆ ਤਾਂ ਸਮਝ ਆਉਂਦੀ ਹੈ,
ਤਾਂ ਸੋਝੀ ਮਿਲਦੀ ਹੈ ਕਿ ਕਿਵੇਂ ਮੈਂ ਆਤਮਾ ਦੇਵ ਪਰਮਾਤਮਾ ਦਾ ਪੂਜਨ ਕਰਨਾ ਹੈ, ਕਿਵੇਂ ਹਿਰਦੇ ਘਰ ਦੇ ਅੰਦਰ ਹੀ ਪਰਮਾਤਮਾ ਦੇ ਸਰੂਪ ਦਾ ਪੂਜਨ ਕਰਨਾ ਹੈ, ਕਿਵੇਂ ਪ੍ਰਕਾਸ਼ ਰੂਪ ਦੀ ਮੈਂ ਆਰਾਧਨਾ ਕਰਨੀ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਗੁਰ ਕੈ ਸਹਿਜ ਸੁਭਾਏ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਕਰਕੇ ਪਰਮੇਸ਼ਰ ਦਾ ਪੂਜਨ ਕਰ। ਆਤਮੇ ਨੋ ਆਤਮੇ ਦੀ ਪ੍ਰਤੀਤ ਹੋਏ। ਜੋ ਸਾਡੇ ਹਿਰਦੇ ਅੰਦਰ ਪਰਮਾਤਮਾ ਆਤਮਾ ਰੂਪ ਹੋ ਕਰਕੇ ਵਰਤ ਰਿਹਾ ਹੈ, ਜੇ ਮਨ ਕਰਕੇ ਉਹ ਪਰਮਾਤਮਾ ਤੇ ਭਰੋਸਾ ਹੋ ਜਾਵੇ, ਹੇ ਪਰਮਾਤਮਾ ਆਪ ਦੇ ਜੋਤ ਸ਼ਕਤੀ ਕਰਕੇ ਹੀ ਮੇਰਾ ਸਰੀਰ ਚੱਲਦਾ ਫਿਰਦਾ ਹੈ, ਖਾਂਦਾ ਪਹਿਨਦਾ ਹੈ, ਗੱਲਾਂ ਬਾਤਾਂ ਕਰਦਾ ਹੈ, ਮਹਾਰਾਜ ਆਪ ਦੀ ਸ਼ਕਤੀ ਕਰਕੇ ਹੈ। ਇਉਂ ਨਿਸ਼ਚੈ ਕਰਕੇ ਜਾਣ ਲਵੇ ਕਿ ਪਰਮਾਤਮਾ ਦੀ ਸ਼ਕਤੀ ਮੇਰੇ ਹਿਰਦੇ ਅੰਦਰ ਵਰਤ ਰਹੀ ਹੈ, ਪਰਮਾਤਮਾ ਤੇ ਪੂਰੀ ਤਰ੍ਹਾਂ ਭਰੋਸਾ ਵੱਧ ਜਾਵੇ। ਤਾ ਘਰ ਹੀ ਪਰਚਾ ਪਾਏ। ਤਾਂ ਫਿਰ ਜੀਵ ਨੂੰ ਬਾਹਰ ਭਟਕਣ ਦੀ ਲੋੜ ਨਹੀਂ, ਹਿਰਦੇ ਘਰ ਦੇ ਅੰਦਰ ਹੀ ਪਰਮਾਤਮਾ ਦਾ ਪ੍ਰੇਮ ਰੂਪੀ ਪਰਚਾ ਪਾ ਲੈਂਦਾ ਹੈ, ਹਿਰਦੇ ਘਰ ਦੇ ਅੰਦਰ ਹੀ ਗਿਆਨ ਰੂਪੀ ਪਰਚਾ ਪ੍ਰਾਪਤ ਕਰ ਸਕਦਾ ਹੈ, ਹਿਰਦੇ ਘਰ ਦੇ ਵਿੱਚ ਹੀ ਗਿਆਨ ਸਰੂਪ ਪਰਮੇਸ਼ਰ ਦੇ ਸਰੂਪ ਰੂਪ ਪਰਚੇ ਨੂੰ ਪਾ ਸਕਦਾ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਿੱਖਿਆ ਲੈ ਕੇ ਅਕਾਲ ਪੁਰਖ ਪਰਮਾਤਮਾ ਦੇ ਪ੍ਰਕਾਸ਼ ਸਰੂਪ ਦਾ ਪੂਜਨ ਕਰਦਾ ਹੈ। ਆਤਮਾ ਅਡੋਲ ਨਾ ਡੋਲਾਈ। ਹਜੂਰ ਕਹਿੰਦੇ ਪਰਮਾਤਮਾ ਜੋ ਆਤਮਾ ਰੂਪ ਹੋ ਕਰਕੇ ਵਰਤ ਰਿਹਾ ਅਡੋਲ ਹੈ, ਚਾਹੇ ਜਿੰਨਾ ਮਰਜ਼ੀ ਕੋਈ ਮਨੁੱਖ ਯਤਨ ਕਰ ਲਵੇ, ਪਰ ਪਰਮਾਤਮਾ ਦੇ ਸਰੂਪ ਨੂੰ ਕੋਈ ਹਿਲਾ ਨਹੀਂ ਸਕਦਾ, ਕੋਈ ਡਾਵਾਂ ਡੋਲ ਨਹੀਂ ਕਰ ਸਕਦਾ। ਆਤਮਾ ਅਡੋਲ ਹੈ, ਪਰਮਾਤਮਾ ਦੀ ਸ਼ਕਤੀ ਐਸੀ ਹੈ। ਹਜੂਰ ਕਹਿੰਦੇ ਹਨ ਕਿ ਪਰਮਾਤਮਾ ਦੇ ਸਰੂਪ ਨੂੰ ਕੋਈ ਹਿਲਾ ਨਹੀਂ ਸਕਦਾ, ਡੁਲਾ ਨਹੀਂ ਸਕਦਾ, ਕੱਟ ਨਹੀਂ ਸਕਦਾ, ਵੱਢ ਨਹੀਂ ਸਕਦਾ, ਛਲ ਨਹੀਂ ਸਕਦਾ। ਅਛਲ ਅਛੇਦ ਅਪਾਰ ਰੂਪ, ਉੱਚਾ ਜਾਕਾ ਰੂਪ, ਐਸਾ ਪਰਮਾਤਮਾ ਦਾ ਸਰੂਪ ਹੈ। ਗੁਰ ਕੈ ਭਾਏ ਸੁਭਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸੱਚਾ ਭਾਏ ਪ੍ਰੇਮ ਦੁਆਰਾ ਸੱਚਾ ਗਿਆਨ ਹਿਰਦੇ ਅੰਦਰ ਧਾਰਨ ਕਰਨਾ ਕਰ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਅਡੋਲ ਕਰ ਲਿਆ ਹੈ, ਕਦਾ ਚਿੱਤ ਵੀ ਮਨ ਕਰਕੇ ਗੁਰਮੁਖ ਪਿਆਰਾ ਡੋਲ ਨਹੀਂ ਡੋਲਦਾ ਨਹੀਂ ਹੈ, ਡਾਵਾਂ ਡੋਲ ਨਹੀਂ ਹੁੰਦਾ। ਹਜੂਰ ਕਹਿੰਦੇ ਹਨ ਉਹਨੇ ਸਤਿਗੁਰੂ ਜੀ ਤੋਂ ਪਾਏ ਪ੍ਰੇਮ ਧਾਰਨ ਕਰਕੇ ਫਿਰ ਸੁਤੇ ਹੀ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਲਿਆ ਹੈ। ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਪਰਮਾਤਮਾ ਨੂੰ ਯਾਦ ਕਰਦਾ। ਜਿਵੇਂ ਜਿਵੇਂ ਪਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ, ਤਿਵੇਂ ਤਿਵੇਂ ਹਿਰਦੇ ਅੰਦਰ ਪ੍ਰਕਾਸ਼ ਹੋਈ ਜਾਂਦਾ ਹੈ, ਤਿਵੇਂ ਤਿਵੇਂ ਪਰਮਾਤਮਾ ਦੇ ਸਰੂਪ ਨੂੰ ਸਾਖਸ਼ਾਤ ਕਰਦਾ ਹੈ। ਗੁਰ ਬਿਨ ਸਹਿਜ ਨਾ ਆਵਈ। ਐਸਾ ਜੋ ਸੱਚਾ ਗਿਆਨ ਹੈ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਵੀ ਹਿਰਦੇ ਅੰਦਰ ਨਹੀਂ ਆਉਂਦਾ। ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਦਾ ਸੱਚਾ ਗਿਆਨ ਪੂਰੇ ਸਤਿਗੁਰਾਂ ਤੋਂ ਬਿਨਾਂ ਕਦਾਚਿਤ ਵੀ ਜੀਵ ਨੂੰ ਪ੍ਰਾਪਤ ਨਹੀਂ ਹੋ ਸਕਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ ਵੇਦ ਬਿਆਸੈ ਕੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਭਾਈ ਜਨੋ ਪੂਰੇ ਸਤਿਗੁਰੂ ਤੋਂ ਬਿਨਾਂ ਕਦੇ ਸੱਚਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਜਗਤ ਦੇ ਗਿਆਨ ਦੇ ਭਾਵੇਂ ਬਹੁਤ ਸੰਸਾਰ ਦੇ ਅਦਾਰੇ ਖੁੱਲ੍ਹੇ ਹੋਏ ਹੈ, ਪਰ ਪਰਮਾਰਥ ਦੇ ਰਸਤੇ ਦਾ ਗਿਆਨ ਕੇਵਲ ਪੂਰੇ ਸਤਿਗੁਰੂ ਜੀ ਤੋਂ ਹੀ ਪ੍ਰਾਪਤ ਹੋ ਸਕਦਾ ਹੈ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸੱਚੇ ਸਤਿਗੁਰਾਂ ਤੋਂ ਪੂਰਾ ਗਿਆਨ ਪ੍ਰਾਪਤ ਹੋਇਆ ਹੈ। ਨਹੀਂ ਤਾਂ ਅਧੂਰਿਆਂ ਦੇ ਲੜ ਲੱਗ ਕੇ ਜੀਵਨ ਨੇ ਆਪਣਾ ਜੀਵਨ ਵੀ ਅਧੂਰੇਪਨ ਵਿੱਚ ਹੀ ਰੱਖ ਲਿਆ, ਕਦੇ ਪੂਰੇ ਪਰਮਾਤਮਾ ਤੱਕ ਪਹੁੰਚ ਹੀ ਨਹੀਂ ਸਕਿਆ। ਇਸ ਕਰਕੇ ਪਾਤਸ਼ਾਹ ਜੀ ਆਖ ਰਹੇ ਹੈ, ਹੇ ਗੁਰਸਿੱਖੋ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਗੁਰ ਬਿਨ ਸਹਿਜ ਨਾ ਆਵਈ। ਸਤਿਗੁਰੂ ਜੀ ਤੋਂ ਬਿਨਾਂ ਹਿਰਦੇ ਅੰਦਰ ਸ਼ਾਂਤੀ ਵੀ ਨਹੀਂ ਕਦੇ ਪ੍ਰਾਪਤ ਹੁੰਦੀ। ਮਨ ਹਰ ਸਮੇਂ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ, ਤੜਫਦਾ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰੇ, ਗੁਰੂ ਚਰਨਾਂ ਤੋਂ ਨਾਮ ਦੀ ਦਾਤ ਪ੍ਰਾਪਤ ਕਰ ਲਵੇ, ਤਾਂ ਹੀ ਮਨ ਸ਼ਾਂਤ ਹੁੰਦਾ ਹੈ। ਕਲ ਤਾਤੀ ਠੰਡਾ ਹਰ ਨਾਓ। ਔਰ ਹਜੂਰ ਨੇ ਬਚਨ ਕੀਤੇ ਆ ਨਾ, ਜੈਤ ਸਰੀ ਕੀ ਵਾਰ ਅੰਦਰ,
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜੋ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਦੀ ਦਾਤ ਲੈ ਕੇ ਪਰਮੇਸ਼ਰ ਦਾ ਨਾਮ ਦਾ ਚਿੰਤਨ ਕਰਦੇ ਹੈ, ਉਹਨਾਂ ਦਾ ਮਨ ਕਦੇ ਵਿਕਾਰਾਂ ਨੂੰ ਭੱਠੀ ਵਿੱਚ ਨਹੀਂ ਭੁੱਜਦਾ, ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਨਹੀਂ, ਤੜਫਦਾ ਨਹੀਂ, ਮਨ ਸ਼ਾਂਤ ਹੋ ਜਾਂਦਾ ਹੈ। ਪਰ ਐਸੀ ਦਾਤ ਪੂਰੇ ਸਤਿਗੁਰਾਂ ਤੋਂ ਬਿਨਾਂ ਕਦੇ ਪ੍ਰਾਪਤ ਨਹੀਂ ਹੋ ਸਕਦੀ। ਲੋਭ ਮੈਲ ਨਾ ਵਿੱਚ ਹੋ ਜਾਏ। ਔਰ ਜੋ ਪਦਾਰਥਾਂ ਦੀ ਇਕੱਤਰਤਾ ਕਰਨ ਦਾ ਲੋਭ ਹੈ, ਮਹਾਰਾਜ ਕਹਿੰਦੇ ਐਸੀ ਲੋਭ ਰੂਪੀ ਮੈਲ ਵੀ ਕਦੇ ਮਨ ਦੇ ਵਿੱਚੋਂ ਨਹੀਂ ਜਾਂਦੀ। ਜਿੰਨਾ ਚਿਰ ਸਤਿਗੁਰੂ ਜੀ ਦੀ ਸ਼ਰਨ ਨਹੀਂ ਧਾਰਨ ਕਰਦਾ, ਹਜੂਰ ਤੋਂ ਸਿੱਖਿਆ ਲੈ ਕੇ ਸ਼ੁਭ ਗੁਣਾਂ ਦਾ ਧਾਰਨੀ ਨਹੀਂ ਬਣਦਾ, ਸੰਤੋਖ ਰੂਪੀ ਗੁਣ ਤੋਂ ਬਿਨਾਂ ਕਦੇ ਲੋਭ ਦਾ ਵਿਕਾਰ ਨਹੀਂ ਕਦੇ ਹਿਰਦਿਓਂ ਦੂਰ ਹੁੰਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਲੋਭ ਮੈਲ, ਲੋਭ ਦੀ ਜਿਹੜੀ ਮੈਲ ਲੱਗੀ ਹੋਈ ਮਨ ਦੇ ਅੰਦਰ, ਕਦੇ ਕਿਸੇ ਨਾਲ ਛਲ ਕਰਦਾ ਲੋਭੀ ਹੋ ਕੇ, ਫਿਰ ਝੂਠ ਵੀ ਬੋਲਦਾ, ਠੱਗੀਆਂ ਵੀ ਮਾਰਦਾ, ਲੋਭੀ ਬਣ ਕੇ ਇਹ ਮੈਲ ਮਨ ਦੇ ਵਿੱਚੋਂ ਦੂਰ ਨਹੀਂ ਹੁੰਦੀ ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਨਹੀਂ ਧਾਰਨ ਕਰਦਾ। ਖਿਨ ਪਲ ਹਰ ਨਾਮ ਮਨ ਵਸੈ। ਜੇਕਰ ਜੀਵ ਦੇ ਅੰਦਰ ਖਿਨ ਪਲ, ਇੱਕ ਪਲ ਜਾਂ ਖਿਨ ਮਾਤਰ ਸਮਾਂ ਵੀ ਪਰਮਾਤਮਾ ਦਾ ਨਾਮ ਵਸ ਜਾਵੇ, ਇੱਕ ਚਿੱਤ ਹੋ ਕੇ ਜੇ ਪਰਮਾਤਮਾ ਨੂੰ ਯਾਦ ਕਰ ਲਵੇ, ਸਭ 68 ਤੀਰਥ ਨਾਏ। ਜਾਣੋ ਕਿ ਉਹ ਵਡਭਾਗੇ ਪੁਰਖ ਨੇ 8 ਤੇ 68 ਤੀਰਥਾਂ ਤੇ ਜਾਣ ਕੇ ਇਸ਼ਨਾਨ ਕਰ ਲੈਣਾ ਕੀਤਾ। ਸਾਰੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਜੋ ਮਹਾਤਮ ਹੈ, ਉਹ ਗੁਰਸਿੱਖ ਨੂੰ ਘਰੇ ਬੈਠਿਆਂ ਹੀ ਪ੍ਰਾਪਤ ਹੋ ਗਿਆ। ਹਿਰਦੇ ਘਰ ਦੇ ਵਿੱਚ ਹੀ ਗੁਰਮੁਖ ਪਿਆਰੇ ਨੇ ਆਪਣੇ ਹਿਰਦੇ ਨੂੰ ਸ਼ੁੱਧ ਕਰ ਲਿਆ, ਪਵਿੱਤਰ ਕਰ ਲਿਆ ਹੈ, ਜਿਸ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਨੇ ਨਿਵਾਸ ਕਰ ਲਿਆ ਹੈ। ਕਿਉਂਕਿ ਮਹਾਰਾਜ ਕਹਿੰਦੇ ਜਿੰਨੇ ਵੀ ਪੁੰਨ ਦਾਨ ਹੈ, ਜਪ ਤਪ ਹੈ, ਸਭ ਤੋਂ ਉੱਚਾ ਸਭ ਤੋਂ ਵੱਡਾ ਤੀਰਥ ਪਰਮੇਸ਼ਰ ਦਾ ਨਾਮ ਹੈ। ਅਕਾਲ ਪੁਰਖ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਭਾਵਨਾ ਦੇ ਨਾਲ ਇੱਕ ਚਿੱਤ ਹੋ ਕੇ ਪਰਮੇਸ਼ਰ ਨੂੰ ਯਾਦ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੇ ਜਾਣੋ 68 ਤੀਰਥਾਂ ਦੇ ਇਸ਼ਨਾਨ ਕਰਨੇ ਦਾ ਫਲ ਪ੍ਰਾਪਤ ਕਰ ਲਿਆ ਹੈ। ਜੇ ਖਿਨ ਮਾਤਰ ਸਮਾਂ ਵੀ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਹੈ। ਸੱਚੇ ਮੈਲ ਨਾ ਲੱਗਈ। ਜੋ ਗੁਰਮੁਖ ਪਿਆਰੇ ਸੱਚੇ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਹੈ, ਸੱਚੇ ਨਾਮ ਦਾ ਅਭਿਆਸ ਕਰਦੇ ਹਨ, ਉਹਨਾਂ ਦੇ ਹਿਰਦੇ ਅੰਦਰ ਕਦੇ ਅਵਿਦਿਆ ਦੀ ਮੈਲ ਨਹੀਂ ਲੱਗਦੀ, ਕਦੇ ਅਗਿਆਨ ਦੀ, ਹੰਕਾਰ ਦੀ, ਵਿਕਾਰਾਂ ਦੀ ਮੈਲ ਨਹੀਂ ਕਦੇ ਵੀ ਹਿਰਦੇ ਨੂੰ ਮਲੀਨ ਕਰ ਸਕਦੀ। ਮਲ ਲਾਗੈ ਦੂਜੈ ਭਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਅਵਿਦਿਆ ਦੀ, ਦਵੈਸ਼ ਦੀ, ਇਹ ਮਹਾਰਾਜ ਮੈਲ ਕਿਹਨਾਂ ਦੇ ਹਿਰਦੇ ਵਿੱਚ ਲੱਗਦੀ ਹੈ? ਸਤਿਗੁਰੂ ਜੀ ਕਹਿੰਦੇ ਜੋ ਇੱਕ ਪਰਮੇਸ਼ਰ ਦੇ ਪਾਏ ਪਿਆਰ ਨੂੰ ਛੱਡ ਕੇ ਹੋਰ ਸੰਸਾਰ ਦੇ ਵਿੱਚ ਪਿਆਰ ਪਾਈ ਬੈਠੇ ਆ, ਧਨ ਨਾਲ, ਪਦਾਰਥਾਂ ਦਾ ਮੋਹ ਕਰਦੇ ਆ, ਪਰਿਵਾਰ ਦਾ ਮੋਹ ਕਰਦੇ ਆ, ਉਹਨਾਂ ਦੇ ਹਿਰਦੇ ਨੂੰ ਮੈਲ ਆ ਕੇ ਚੰਬੜ ਜਾਂਦੀ ਹੈ। ਇਸ ਕਰਕੇ ਜੋ ਗੁਰਮੁਖ ਪਿਆਰੇ ਪਰਮਾਤਮਾ ਦਾ ਨਾਮ ਜਪਦੇ ਆ, ਉਹਨਾਂ ਦੇ ਹਿਰਦੇ ਦੀ ਨਿਰਮਲਤਾ ਨੂੰ ਕੋਈ ਖਤਮ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਮਾਇਆ ਦੀ, ਵਿਕਾਰਾਂ ਦੀ ਮੈਲ ਉਹਨਾਂ ਦੀ ਚੰਬੜਦੀ ਨਹੀਂ ਜੋ ਪ੍ਰਮਾਤਮਾ ਦੇ ਨਾਮ ਦਾ ਚਿੰਤਨ ਕਰਦੇ ਹੈ। ਪਰ ਮਲ ਲਾਗੀ ਦੂਜਾ ਭਾਏ, ਜਿਨ੍ਹਾਂ ਨੇ ਦਵੈਤ ਦੇ ਵਿੱਚ ਆਪਣਾ ਚਿੱਤ ਲਾਇਆ, ਉਹਨਾਂ ਦੇ ਹਿਰਦੇ ਨੂੰ ਔਗਣਾ ਦੀ ਮੈਲ ਲੱਗ ਗਈ ਹੈ। ਧੋਤੀ ਮੂਲ ਨਾ ਉਤਰੈ। ਉਹ ਮਨੁੱਖ ਬਾਹਰੋਂ ਭਾਵੇਂ ਕਿੰਨਾ ਵੀ ਯਤਨ ਕਰ ਲਵੇ, ਬਾਰ-ਬਾਰ ਇਸ਼ਨਾਨ ਕਰ ਕਰਕੇ ਦੇਖ ਲਵੇ, ਪਰ ਅੰਦਰ ਦੀ ਮੈਲ ਤਾਂ ਪਰਮੇਸ਼ਰ ਦੇ ਨਾਮ ਜਪ ਕੇ ਹੀ ਉਤਰਨ ਵਾਲੀ ਹੈ ਨਾ। ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਕਦੇ ਹਿਰਦੇ ਦੀ ਮੈਲ ਨਹੀਂ ਦੂਰ ਹੋ ਸਕਦੀ। ਇਸ ਕਰਕੇ ਪਾਤਸ਼ਾਹ ਕਹਿੰਦੇ ਧੋਤੀ ਮੈਲ ਨਾ ਉਤਰੈ। ਹੇ ਜੀਵ, ਕਿੰਨਾ ਵੀ ਭਾਵੇਂ ਯਤਨ ਕਰ ਲੈ, ਪਰ ਸਰੀਰ ਨੂੰ ਧੋਣ ਦੇ ਨਾਲ ਤੇਰੇ ਮਨ ਦੀ ਮੈਲ ਨਹੀਂ ਕਦੇ ਲੈ ਸਕਦੀ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਭਰੀਆ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਰਮਾਤਮਾ ਦੇ ਨਾਮ ਰੂਪ ਜਲ ਦੇ ਨਾਲ ਹੀ ਅੰਦਰ ਦੀ ਮੈਲ ਦੂਰ ਹੋ ਸਕਦੀ ਹੈ। ਬਾਹਰੋਂ ਸਰੀਰ ਭਾਵੇਂ ਪ੍ਰਤੱਖ ਜਲ ਦੇ ਨਾਲ ਪਵਿੱਤਰ ਕਰ ਸਕਦਾ,
ਪਰ ਜੇ ਹਿਰਦੇ ਨੂੰ ਪਵਿੱਤਰ ਕਰਨਾ, ਪਰਮਾਤਮਾ ਦਾ ਨਾਮ ਜਪਣਾ ਪਵੇਗਾ। ਜੇ 68 ਤੀਰਥ ਨਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ 68 ਤੀਰਥਾਂ ਤੇ ਜਾ ਕਰਕੇ ਇਸ਼ਨਾਨ ਕਰਕੇ ਵੀ ਦੇਖ ਲੈ, ਪਰ ਇਹ ਜੀਵ ਤੇਰਾ ਹਿਰਦਾ ਨਹੀਂ ਕਦੇ ਪਵਿੱਤਰ ਹੋਵੇਗਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਨਾ, ਇੱਕ ਭਾਉ ਲੱਥੀ ਨਾਤਿਆਂ ਦੋਏ ਭਾਲ ਚੜ੍ਹੀ ਅਸ ਹੋਰ। ਕਹਿੰਦੇ ਜੇ ਮਨ ਵਿੱਚ ਛਲ ਲੈ ਕੇ, ਫਰੇਬ ਲੈ ਕੇ ਹੀ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਗਿਆ, ਜਾ ਕੇ ਮੰਦਾ ਸੁਭਾਅ ਹੀ ਆਪਣਾ ਛੱਡਿਆ ਨਾ, ਹੰਕਾਰ ਹੀ ਕਰਦਾ ਰਿਹਾ ਕਿ ਮੈਂ ਤੀਰਥਾਂ ਤੇ ਇਸ਼ਨਾਨ ਕੀਤਾ ਜੀ, ਮੈਂ ਤੀਰਥ ਯਾਤਰਾ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਜੇ ਇੱਕ ਤਰ੍ਹਾਂ ਦੀ ਮੈਲ ਲੱਥ ਗਈ ਤੇ 4 ਗੁਣਾ ਵੱਧ ਹੋਰ ਆ ਕੇ ਤੈਨੂੰ ਚੰਬੜ ਗਈ। ਫਿਰ ਉੱਥੇ ਕੀਤੇ ਹੋਏ ਇਸ਼ਨਾਨ ਦਾ ਕੋਈ ਲਾਹਾ ਤਾਂ ਨਹੀਂ ਨਾ ਖੱਟ ਸਕਿਆ, ਦੂਣਾ ਭਾਰ ਹੀ ਆਪਣੇ ਸਿਰ ਚੱਕਿਆ ਨਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ। ਕਹਿੰਦੇ ਕੋਈ ਤੀਰਥ ਯਾਤਰਾ ਕਰਦਾ, ਫਿਰ ਦਾਨ ਪੁੰਨ ਵੀ ਕਰਦਾ, ਇਹ ਸਭ ਕੁਝ ਚੰਗੇ ਕਰਮ ਕਰਕੇ ਹੰਕਾਰ ਕਰਦਾ, ਫਿਰ ਹਾਥੀ ਦੇ ਨਹਾਉਣ ਦੀ ਤਰ੍ਹਾਂ ਸਾਰੇ ਕੀਤੇ ਹੋਏ ਉਹਦੇ ਕਰਮ ਹੈ। ਹਾਥੀ ਨਹਾ ਕੇ ਵੀ ਫਿਰ ਘੱਟੇ ਵਿੱਚ ਲੇਟਣ ਲੱਗ ਪੈਂਦਾ ਹੈ। ਇੱਦਾਂ ਉਹ ਜੀਵ ਦੇ ਜਾਣੋ ਕਿ ਚੰਗੇ ਕੀਤੇ ਹੋਏ ਕਰਮਾਂ ਦਾ ਵੀ ਪੂਰਾ ਫਲ ਨਹੀਂ ਪ੍ਰਾਪਤ ਕਰ ਸਕਦਾ, ਆਪਣੇ ਹਿਰਦੇ ਨੂੰ ਸ਼ੁੱਧ ਨਹੀਂ ਕਰ ਸਕਦਾ, ਜੇ ਤੀਰਥ ਯਾਤਰਾ ਕਰਕੇ ਵੀ ਹੰਕਾਰ ਕਰਦਾ ਹੈ। ਮਨਮੁਖ ਕਰਮ ਕਰੇ ਅਹੰਕਾਰੀ। ਜੋ ਮਨਮੁਖ ਜੀਵ ਹੈ, ਜੋ ਵੀ ਕਰਮ ਕਰਦਾ ਹੰਕਾਰੀ ਹੋ ਕੇ ਕਰਦਾ, ਹੰਕਾਰ ਦੇ ਸਹਿਤ ਹੀ ਕਰਮ ਕਰਦਾ। ਭਾਵੇਂ ਕੋਈ ਚੰਗਾ ਕਰਮ ਵੀ ਕਰੇ, ਮਨਮੁਖ ਬੰਦੇ ਦਾ ਸੁਭਾਅ ਹੈ, ਉਹ ਕਹਿੰਦਾ ਕਿ ਇਹ ਕਰਮ ਮੈਂ ਕੀਤਾ, ਮੈਂ ਇਵੇਂ ਕਰਾਂਗਾ, ਮੈਂ ਇਵੇਂ ਕਰਦਾ ਹਾਂ। ਹਰ ਸਮੇਂ ਹੰਕਾਰੀ ਹੋ ਕੇ ਹੰਕਾਰ ਦੇ ਸਹਿਤ ਹੀ ਕਰਮ ਕਮਾਉਂਦਾ ਹੈ। ਸਭ ਦੁੱਖੋ ਦੁੱਖ ਕਮਾਏ। ਇਸ ਕਰਕੇ ਉਹ ਜੀਵਨ ਭਰ ਹਰ ਸਮੇਂ ਦੁੱਖ ਹੀ ਦੁੱਖ ਕਮਾਉਂਦਾ ਹੈ, ਦੁੱਖਾਂ ਦੇ ਵਿੱਚ ਹਰ ਸਮੇਂ ਘਿਰਿਆ ਰਹਿੰਦਾ, ਦੁੱਖਾਂ ਭਰੇ ਜਗਤ ਦੇ ਸੰਸਾਰ ਦੇ ਪਦਾਰਥਾਂ ਨੂੰ ਇਕੱਤਰ ਕਰਨ ਦੇ ਵਿੱਚ ਕਮਾਈ ਕਰਦਾ ਰਹਿੰਦਾ। ਔਰ ਸਭ ਦੁੱਖੋ ਦੁੱਖ ਕਮਾਏ। ਮਹਾਰਾਜ ਕਹਿੰਦੇ ਜਿੱਧਰ ਵੀ ਜਾਂਦਾ ਉਹ ਹਰ ਸਮੇਂ ਦੁਖੀ ਹੁੰਦਾ ਹੈ, ਲੋਕ ਪਰਲੋਕ ਦੇ ਵਿੱਚ ਉਹਨੂੰ ਦੁਖੀ ਹੋਣਾ ਪੈਂਦਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਨੂੰ ਨਹੀਂ ਮੰਨਦਾ, ਗੁਰੂ ਕੀ ਆਗਿਆ ਨੂੰ ਸਤ ਕਰਕੇ ਨਹੀਂ ਮੰਨਦਾ, ਸਤਿਗੁਰੂ ਜੀ ਦੀ ਬਖਸ਼ੀ ਹੋਈ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਦਾ। ਨਾਨਕ ਮੈਲਾ ਉਜਲਤਾ ਥੀਐ। ਇਹ ਮਹਾਰਾਜ ਸੱਚੇ ਪਾਤਸ਼ਾਹ, ਜੇਕਰ ਕੋਈ ਅਗਿਆਤ ਜੀਵ ਹਿਰਦੇ ਕਰਕੇ ਮੈਲਾ ਹੋ ਜਾਂਦਾ ਹੈ, ਮਹਾਰਾਜ ਉਜਲ ਹੋਣ ਦਾ ਕੋਈ ਤਰੀਕਾ ਦੱਸੋ। ਸਤਿਗੁਰੂ ਜੀ ਉਹਦਾ ਹਿਰਦਾ ਸ਼ੁੱਧ ਕਿਵੇਂ ਹੋ ਸਕਦਾ ਹੈ? ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਆ, ਜਾ ਸਤਿਗੁਰ ਮਾਹਿ ਸਮਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਉਜਲ ਹਿਰਦੇ ਵਾਲਾ ਗੁਰਮੁਖ ਪਿਆਰਾ ਹੈ ਨਾ, ਉਹ ਜਾਣੋ ਪਰਮਾਤਮਾ ਦੇ ਨਾਲ ਮਿਲਿਆ ਹੋਇਆ ਹੈ। ਤੇ ਜਿਸ ਜੀਵ ਦੇ ਹਿਰਦੇ ਅੰਦਰ ਪਾਪ ਕਰਮਾਂ ਦੀ ਹੰਕਾਰ ਦੀ ਮੈਲ ਲੱਗੀ ਹੈ, ਉਹ ਉਜਲ ਤਾਂ ਥੀ ਹੈ, ਤਾਂ ਉਜਲ ਹੋਵੇਗਾ ਜੇ ਸਤਿਗੁਰੂ ਜੀ ਦੇ ਵਿੱਚ ਸਮਾ ਜਾਵੇ। ਭਾਵ ਮਨ ਕਰਕੇ ਗੁਰੂ ਚਰਨਾਂ ਦੇ ਨਾਲ ਹਰ ਸਮੇਂ ਜੁੜ ਕੇ ਰਹੇ, ਹਰ ਸਮੇਂ ਸ਼ਬਦ ਦੇ ਨਾਲ ਆਪਣੇ ਸੁਰਤ ਦਾ ਮੇਲ ਬਣਾ ਕੇ ਰੱਖੇ, ਤਾਂ ਫਿਰ ਜਿਹੜਾ ਉਜਲ ਹੈ ਹਿਰਦਾ ਉਜਲ ਹੋ ਸਕਦਾ। ਨਹੀਂ ਤਾਂ ਮਨੁੱਖ ਕਿੰਨਾ ਵੀ ਯਤਨ ਕਰ ਕਰਕੇ ਦੇਖ ਲਵੇ, ਪਰ ਹਿਰਦੇ ਨੂੰ ਸ਼ੁੱਧ ਨਹੀਂ ਕਦੇ ਕਰ ਸਕਦਾ। ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਾਂ ਸਤਿਗੁਰ ਮਾਹੇ ਸਮਾਏ। ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ, ਜੇ ਪੂਰੇ ਸਤਿਗੁਰੂ ਜੀ ਦੇ ਵਿੱਚ ਸਮਾ ਜਾਵੇ, ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਵੇ, ਤਾਂ ਹੀ ਹਿਰਦੇ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ। ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਐ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਜੇਕਰ ਮਨਮੁਖ ਲੋਕਾਂ ਨੂੰ ਸਮਝਾਉਣ ਦਾ ਯਤਨ ਕਰੀਏ, ਕਦਹੋ ਸਮਝਾਇਆ ਜਾਏ। ਕਦੇ ਸਮਝਾਇਆ ਨਹੀਂ ਜਾ ਸਕਦਾ, ਕਿਉਂਕਿ ਸਾਖਤ ਬੰਦੇ ਦਾ ਸੁਭਾਅ ਹੁੰਦਾ ਇੱਕ ਦੀ ਅੱਗੋਂ ਕਈ ਚਾਰ ਸੁਣਾਉਣੀਆਂ। ਉਹਦਾ ਸੁਭਾਅ ਹੁੰਦਾ ਹੈ ਕਿ ਪਰਮੇਸ਼ਰ ਦਾ ਨਾਮ ਜਪਣਾ ਚੰਗਾ ਨਹੀਂ ਲੱਗਦਾ,
ਸੰਗਤ ਕਰਨੀ ਚੰਗੀ ਨਹੀਂ ਲੱਗਦੀ। ਤੇ ਜੇ ਕਿਸੇ ਨੂੰ ਸਮਝਾਉਣਾ ਹੋਵੇ ਤੇ ਸਾਧ ਸੰਗਤ ਜੀ ਉਹਨੂੰ ਸੰਗਤ ਵਿੱਚ ਲਿਆਉਣਾ ਪੈਂਦਾ। ਸੰਗਤ ਦੇ ਵਿੱਚੋਂ ਰੰਗ ਚੜ੍ਹਦਾ। ਮਨੁੱਖ ਚੰਗੀ ਕਰਦਾ ਚਾਹੇ ਮੰਦੀ ਸੰਗਤ ਕਰਦਾ ਹੈ। ਤੇ ਚੰਗਤ ਤੋਂ ਮਨਮੁਖ ਜੀਵ ਨੂੰ ਚੰਗੀ ਨਹੀਂ ਲੱਗਦੀ। ਸਾਖਤ ਪੁਰਸ਼ ਹਰ ਸਮੇਂ ਬਾਰ-ਬਾਰ ਅਵੇਸਲਾ ਹੀ ਹੋ ਕਰਕੇ ਰਹਿੰਦਾ। ਗੁਰੂ ਕੀ ਸੰਗਤ ਦੇ ਵਿੱਚ ਭਾਵਨਾ ਦੇ ਨਾਲ ਬੈਠਣੇ ਨੂੰ ਚਿੱਤ ਨਹੀਂ ਕਰਦਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਆ, ਕਹਿੰਦੇ ਜਿਵੇਂ ਬਿੱਛੂ ਡੰਗ ਮਾਰਦਾ ਹੈ ਨਾ, ਇੱਦਾਂ ਪਰਮੇਸ਼ਰ ਦਾ ਨਾਮ ਜੇ ਕੰਨੀ ਆਵਾਜ਼ ਪੈ ਜਾਵੇ ਸਾਖਤ ਬੰਦੇ ਨੇ ਇਉਂ ਲੱਗਦਾ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ, ਚੰਗਾ ਨਹੀਂ ਲੱਗਦਾ। ਔਰ ਸਤਿਗੁਰੂ ਜੀ ਦੇ ਇਉਂ ਵੀ ਬਚਨ ਆਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਹਨ, ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਖਤ ਕੀ ਬਿਧ ਨੈਨਹੁ ਡੀਠੀ। ਜਿਹੜਾ ਅੰਮ੍ਰਿਤ ਵਰਗਾ ਪਰਮਾਤਮਾ ਦਾ ਸੱਚਾ ਨਾਮ ਜੀਵ ਨੂੰ ਅਮਰ ਕਰ ਦੇਣ ਵਾਲਾ ਹੈ, ਇਹ ਕੌੜਾ ਲੱਗਦਾ। ਪਰ ਵਿਖ ਜ਼ਹਿਰ ਦੀ ਤਰ੍ਹਾਂ ਜਗਤ ਦੇ ਵਿਸ਼ੇ ਵਿਕਾਰ ਔਗਣ ਉਹ ਅੰਮ੍ਰਿਤ ਵਰਗੇ ਮਿੱਠੇ ਲੱਗਦੇ ਹੈ। ਐਸੀ ਸਾਖਤ ਜੀਵ ਦੀ ਹਾਲਤ ਹੈ। ਇਸ ਲਈ ਮਹਾਰਾਜ ਕਹਿੰਦੇ ਹਨ ਕਿ ਜੇ ਸਮਝਾਉਣ ਦਾ ਵੀ ਯਤਨ ਕਰੀਏ ਤੇ ਕਿਵੇਂ ਸਮਝ ਸਕਦਾ ਹੈ, ਨਹੀਂ ਸਮਝਦਾ। ਥੋੜੀ ਕਿਤਿਆਂ ਸਾਖਤ ਬੰਦਾ ਆਖੇ ਨਹੀਂ ਲੱਗਦਾ। ਗੁਰੂ ਕੀ ਸਿੱਖਿਆ ਮੰਨਣੇ ਨੂੰ ਚਿੱਤ ਕਰਦਾ ਹੀ ਨਹੀਂ। ਮਨ ਮੁਖ ਰਲਾਇਆ ਨਾ ਰਲੈ। ਹਜੂਰ ਕਹਿੰਦੇ ਹਨ ਕਿ ਜੇਕਰ ਮਨਮੁਖ ਜੀਵ ਹੈ, ਮਨਮੁਖ ਰਲਾਇਆ ਨਾ ਰਲੈ। ਜਿਵੇਂ ਹੰਸਾਂ ਦੇ ਵਿੱਚ ਕਾਂ ਨੂੰ ਬਿਠਾ ਦਈਏ ਤੇ ਉਹ ਹੰਸ ਥੋੜਾ ਬਣ ਸਕਦਾ ਹੈ, ਤਿਵੇਂ ਬੰਦਗੀ ਕਰਨ ਵਾਲੇ ਗੁਰਮੁਖਾਂ ਦੀ ਸੰਗਤ ਵਿੱਚ ਮਨਮੁਖ ਨੂੰ ਬਿਠਾ ਦਈਏ ਉਹ ਰਲਦਾ ਨਹੀਂ ਹੈ। ਉਹਦਾ ਸੁਭਾਅ ਹੀ ਵੱਖਰਾ। ਬਹਿਣਾ, ਖਲੋਣਾ, ਬੋਲਣਾ, ਚੱਲਣਾ ਫਿਰਨਾ ਉਹ ਸਾਧ ਸੰਗਤ ਜੀ ਸਭ ਤੋਂ ਵੱਖਰਾ ਹੈ। ਕਿਉਂਕਿ ਜਿਹੜਾ ਮਨਮੁਖ ਸਾਖਤ ਬੰਦਾ ਹੁੰਦਾ ਹੈ, ਗੁਰੂ ਕੀ ਸੰਗਤ ਵਿੱਚ ਆ ਕੇ ਵੀ ਟੇਕ ਕੇ ਬੈਠਦਾ ਨਹੀਂ ਹੈ। ਉਹ ਗੁਰੂ ਕੀ ਸੰਗਤ ਵਿੱਚ ਆ ਕੇ ਵੀ ਉਹ ਆਪਣੀਆਂ ਆਦਤਾਂ ਛੱਡਦਾ ਨਹੀਂ। ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਦੇਖਦਾ ਰਹਿੰਦਾ, ਕਦੇ ਕਿਸੇ ਦੇ ਔਗਣ ਚਿਤਾਰਦਾ ਰਹਿੰਦਾ, ਕਦੇ ਕਿਸੇ ਦੀ ਨਿੰਦਿਆ ਕਰਨ ਲੱਗ ਪੈਂਦਾ। ਇਹ ਹਜੂਰ ਕਹਿੰਦੇ ਮਨਮੁਖ ਜੀਵ ਦੇ ਲੱਛਣ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਮਨਮੁਖ ਰਲਾਇਆ ਨਾ ਰਲੈ। ਭਾਵੇਂ ਕਿੰਨਾ ਵੀ ਕੋਈ ਯਤਨ ਕਰ ਲਵੇ, ਹਾਂ ਗੁਰਮੁਖਾਂ ਵਾਲਾ ਭੇਖ ਵੀ ਬਣਾ ਕਰਕੇ ਉਹਨਾਂ ਵਿੱਚ ਆ ਕੇ ਬੈਠ ਜਾਵੇ, ਪਰ ਮਨਮੁਖ ਬੰਦਾ ਜੋ ਹੈ ਉਹ ਔਗਣਾ ਕਰਕੇ ਉਹ ਸਾਧ ਸੰਗਤ ਜੀ ਗੁਰਮੁਖਾਂ ਵਰਗਾ ਨਹੀਂ ਬਣ ਸਕਦਾ। ਗੁਰਮੁਖਾਂ ਵਰਗਾ ਤਾਂ ਹੀ ਬਣੇਗਾ ਜੇ ਗੁਰਮੁਖਾਂ ਵਾਲਾ ਜੀਵਨ ਬਣਾਵੇਗਾ, ਜੇ ਜੀਵਨ ਦੇ ਵਿੱਚ ਸ਼ਬਦ ਦਾ ਅਭਿਆਸ ਕਰੇਗਾ, ਗੁਰੂ ਕੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰੇਗਾ, ਤਾਂ ਹੀ ਉਹਨਾਂ ਵਰਗਾ ਬਣ ਸਕੇਗਾ। ਨਹੀਂ ਤਾਂ ਜਿਵੇਂ ਕਾਂ ਹੰਸਾਂ ਵਿੱਚ ਬੈਠ ਕੇ ਕਦੇ ਹੰਸ ਨਹੀਂ ਬਣ ਸਕਦੇ, ਤਿਵੇਂ ਮਹਾਰਾਜ ਕਹਿੰਦੇ ਮਨਮੁਖ ਜੀਵ ਭਾਵੇਂ ਕਿੰਨਾ ਵੀ ਯਤਨ ਕਰ ਲਈਏ, ਜਦੋਂ ਤੱਕ ਸ਼ਬਦ ਦਾ ਅਭਿਆਸ ਨਹੀਂ ਕਰਦੇ ਗੁਰਮੁਖਾਂ ਵਰਗੇ ਨਹੀਂ ਬਣ ਸਕਦੇ। ਪੈ ਕਿਰਤ ਫਿਰਾਏ। ਉਹ ਪੂਰਬਲੇ ਉਹਨਾਂ ਦੀ ਕਿਰਤ ਇਹੋ ਜਿਹੀ ਕੀਤੀ ਹੋਈ ਹੈ, ਪੂਰਬਲੇ ਕਰਮ ਹੀ ਅਜਿਹੇ ਕੀਤੇ ਹੋਏ ਉਹਨਾਂ ਕਰਕੇ ਫਿਰਾਏ। ਉਹਨਾਂ ਨੂੰ ਭਟਕਣਾ ਪੈਂਦਾ ਹੈ, ਉਹ ਬਾਰ-ਬਾਰ ਭਟਕਦੇ ਰਹਿੰਦੇ ਹੈ। ਪੂਰਬਲੇ ਸੰਸਕਾਰ ਹੀ ਅਜਿਹੇ ਹਨ ਮਨਮੁਖਾਂ ਦੇ, ਜੋ ਗੁਰੂ ਕੀ ਸੰਗਤ ਵਿੱਚ ਬੈਠਣਾ ਚੰਗਾ ਨਹੀਂ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹੀ ਦੀ ਸੰਗਤ ਕਰਨੀ, ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਹਿਰਦੇ ਅੰਦਰ ਧਾਰਨ ਕਰਨਾ ਸਾਖਤ ਪੁਰਸ਼ਾਂ ਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਪੂਰਬਲੀ ਕਿਰਤੀ ਇੱਦਾਂ ਦੀ ਹੈ। ਪੂਰਬਲੇ ਜਨਮ ਦੇ ਕਮਾਏ ਹੋਏ ਕਰਮ ਹੀ ਉਹਨਾਂ ਮਨਮੁਖਾਂ ਸਾਖਤਾਂ ਦੇ ਅਜਿਹੇ ਹੈ, ਜਿਸ ਕਰਕੇ ਉਹ ਭਟਮਦੇ ਹੀ ਫਿਰਦੇ ਹਨ। ਲਿਵ ਧਾਤ ਦੋਇ ਰਾਹ ਹੈ। ਜਗਤ ਅੰਦਰ ਦੋ ਰਸਤੇ ਹੈ। ਇੱਕ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਧਾ ਜਾਣੇ, ਪਦਾਰਥਾਂ ਦੇ ਵਿੱਚ ਚਿੱਤ ਨੂੰ ਲਾ ਕੇ ਰੱਖਣਾ, ਬਿਰਤੀ ਨੂੰ ਜੋੜਨ ਦੇ ਦੋ ਰਸਤੇ ਹੈ। ਤੇ ਇੱਕ ਪ੍ਰਮਾਤਮਾ ਬ੍ਰਹਮ ਸਰੂਪ ਦੇ ਵਿੱਚ ਚਿੱਤ ਦੀ ਬਿਰਤੀ ਨੂੰ ਲਾਵਣਾ। ਹਜੂਰ ਕਹਿੰਦੇ ਕਿ ਜਗਤ ਦੇ ਜੀਵ ਜਿਹੜੇ ਅਗਿਆਤ ਜੀਵ ਹੈ ਨਾ, ਉਹ ਬਿਰਤੀ ਨੂੰ ਸਦਾ ਹੀ ਸੰਸਾਰ ਦੇ ਵਿੱਚ ਜੋੜ ਕੇ ਰੱਖਦੇ ਹੈ। ਹਰ ਸਮੇਂ ਜਿਹੜੇ ਧਾ ਜਾਣ ਵਾਲੇ ਪਦਾਰਥ ਹੈ, ਤੇ ਜੋ ਗੁਰਮੁਖ ਪਿਆਰੇ ਬ੍ਰਹਮ ਬੇਤੇ ਹੈ, ਚਿੱਤ ਦੀ ਬਿਰਤੀ ਨੂੰ ਸੰਸਾਰ ਤੋਂ ਉਪਰਾਮ ਕਰਕੇ ਬ੍ਰਹਮ ਦੇ ਵਿੱਚ ਲੀਨ ਕਰ ਲੈਂਦੇ ਹੈ। ਸੰਸਾਰਾਕਾਰ ਤੋਂ ਬ੍ਰਹਮਾਕਾਰ ਉਹ ਬਿਰਤੀ ਨੂੰ ਬਣਾ ਲੈਂਦੇ ਹੈ। ਇਹ ਦੋ ਸੰਸਾਰ ਦੇ ਅੰਦਰ ਰਸਤੇ ਹੈ। ਜੇਕਰ ਸਾਧ ਸੰਗਤ ਜੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਰਸਤਾ ਇੱਕ ਹੈ,
ਪਰ ਜੇ ਦੂਸਰੇ ਰਸਤੇ, ਟੇਢੇ ਰਸਤੇ ਚਲਾ ਜਾਵੇ, ਫਿਰ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਲਿਵ ਧਾਤ ਦੋਇ ਰਾਹ ਹੈ। ਇਹ ਜਾਣੋ ਕਿ ਦੋ ਰਸਤੇ ਹੈ। ਇੱਕ ਸੰਸਾਰ ਦੇ ਅੰਦਰ ਹਰ ਸਮੇਂ ਜੀਵ ਨੂੰ ਬਾਰ-ਬਾਰ ਸੰਸਾਰ ਦੀ ਘੁੰਮਣ ਘੇਰੀ ਵਿੱਚ ਪਾ ਕੇ ਰੱਖਦਾ ਹੈ, ਹਰ ਸਮੇਂ ਜਗਤ ਦੇ ਅੰਦਰ ਹੀ ਭਟਕਦਾ ਰਹਿੰਦਾ ਹੈ। ਔਰ ਦੂਸਰਾ ਰਸਤਾ ਹੈ ਪ੍ਰਮਾਤਮਾ ਦੇ ਨਾਲ ਜੁੜਨੇ ਦਾ। ਹੁਕਮੀ ਕਾਰ ਕਮਾਏ। ਜਗਤ ਅੰਦਰ ਜੋ ਵੀ ਜੀਵ ਕਾਰ ਕਰਦਾ ਹੈ, ਪ੍ਰਮਾਤਮਾ ਦੇ ਹੁਕਮ ਕਰਕੇ ਹੈ, ਪਰਮੇਸ਼ਰ ਦੀ ਰਜ਼ਾ ਕਰਕੇ ਹੈ। ਜੇਕਰ ਜੀਵ ਸੰਸਾਰਾਕਾਰ ਬਿਰਤੀ ਬਣਾ ਕੇ ਰੱਖਦਾ, ਵੀ ਪ੍ਰਮਾਤਮਾ ਦੀ ਰਜ਼ਾ ਹੈ। ਆਪਣੇ ਬਲ ਦੇ ਨਾਲ ਕੋਈ ਬ੍ਰਹਮ ਦੇ ਸਰੂਪ ਦੇ ਵਿੱਚ ਆਪਣੀ ਚਿਰ ਦੀ ਬਿਰਤੀ ਨੂੰ ਲੀਨ ਨਹੀਂ ਕਰ ਸਕਦਾ। ਪਰਮਾਤਮਾ ਕਿਰਪਾ ਕਰੇ, ਤਰਸ ਕਰੇ, ਜੀਵ ਨੂੰ ਜਗਤ ਦੇ ਮੋਹ ਬੰਧਨਾਂ ਤੋਂ ਛੁਡਾ ਦੇਵੇ, ਆਪਣੇ ਚਰਨਾਂ ਦੇ ਨਾਲ ਜੋੜ ਲੇਵੇ। ਇਹ ਪਰਮਾਤਮਾ ਦੀ ਵਡਿਆਈ ਹੈ। ਨਹੀਂ ਤਾਂ ਆਪਣੇ ਬਲ ਦੇ ਨਾਲ ਜੀਵ ਸੰਸਾਰ ਤੋਂ ਉਪਰਾਮ ਨਹੀਂ ਹੋ ਸਕਦਾ। ਗੁਰਮੁਖ ਆਪਣਾ ਮਨ ਮਾਰਿਆ। ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹੈ, ਗੁਰਮੁਖਾਂ ਨੇ ਆਪਣੇ ਮਨ ਨੂੰ ਮਾਰ ਲਿਆ ਹੈ। ਮਰਿਆ, ਮਾਰਿਆ ਤੋਂ ਭਾਵ ਆਪਣੇ ਵਸ ਵਿੱਚ ਕਰ ਲਿਆ ਹੈ। ਸ਼ਬਦ ਕਸਵੱਟੀ ਲਾਏ। ਸ਼ਬਦ ਦੀ ਕਸਵੱਟੀ ਲਗਾ ਕੇ ਗੁਰਮੁਖਾਂ ਨੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਹੈ। ਜਿਵੇਂ ਅਸ਼ੁੱਧ ਸੋਨੇ ਨੂੰ ਸ਼ੁੱਧ ਕਰਨ ਦੇ ਵਾਸਤੇ ਸੁਨਿਆਰਾ ਕੋਠਾਲੀ ਦੇ ਵਿੱਚ ਸੋਨਾ ਪਾਉਂਦਾ, ਫਿਰ ਅੱਗ ਤੇ ਤਪਾਉਂਦਾ, ਤੇ ਜਦੋਂ ਤੱਕ 12 ਦਾ ਸ਼ੁੱਧ ਨਹੀਂ ਹੋ ਜਾਂਦਾ, ਉਦੋਂ ਤੱਕ ਕਮਲਿਆਂ ਦੀ ਤਰ੍ਹਾਂ ਬਾਰ-ਬਾਰ ਭਟਕਦਾ ਰਹਿੰਦਾ। ਕੋਠਾਲ ਦੇ ਵਿੱਚ ਪਿਆ ਹੋਇਆ ਅਸ਼ੁੱਧ ਸੋਨਾ ਬਾਰ-ਬਾਰ ਚੱਕਰ ਲਾਈ ਜਾਂਦਾ ਹੈ, ਬਾਰ-ਬਾਰ ਭਟਕਦਾ ਰਹਿੰਦਾ। ਤੇ ਜਦੋਂ ਸ਼ੁੱਧ ਹੋ ਜਾਂਦਾ, ਉਹਦੀ ਮੈਲ ਸੜ ਜਾਂਦੀ ਹੈ ਨਾ ਅੱਗ ਤੇ ਤਪਦਿਆਂ ਹੋਇਆਂ, ਫਿਰ ਟਿਕ ਜਾਂਦਾ ਹੈ। ਫਿਰ ਜਿੰਨਾ ਚਿਰ ਮਰਜ਼ੀ ਅੱਗ ਤੇ ਤਪਾਈ ਜਾਵੇ, ਫਿਰ ਉਹ ਸ਼ੁੱਧ ਹੋਇਆ 12 ਦਾ ਸੋਨਾ ਕਦੇ ਭਟਕਦਾ ਨਹੀਂ। ਤਿਵੇਂ ਮਹਾਰਾਜ ਕਹਿੰਦੇ ਹਨ, ਮਨ ਜਿਹੜਾ ਹੈ ਅਸ਼ੁੱਧ ਸੋਨੇ ਦੀ ਤਰ੍ਹਾਂ ਹੈ, ਕਿਉਂਕਿ ਪਾਪ ਕਰਮਾਂ ਦੀ ਮੈਲ ਲੱਗੀ ਹੈ, ਹੰਕਾਰ ਦੀ ਮੈਲ, ਔਗਣਾਂ ਦੀ ਮੈਲ ਦੇ ਨਾਲ ਭਰਿਆ ਹੋਇਆ। ਤੇ ਜਦੋਂ ਗੁਰਮੁਖ ਪਿਆਰੇ ਸ਼ਬਦ ਰੂਪ ਪ੍ਰਚੰਡ ਅਗਨੀ ਦੇ ਇਹ ਮਨ ਨੂੰ ਸਾੜਦੇ ਆ ਨਾ, ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰਦੇ, ਤਿਵੇਂ ਤਿਵੇਂ ਮਨ ਭਟਕਦਾ ਜ਼ਰੂਰ ਹੈ। ਪਰ ਇੱਕ ਨਾ ਇੱਕ ਦਿਨ ਜਦੋਂ 12 ਦੀ ਸੋਨੇ ਦੀ ਤਰ੍ਹਾਂ ਮਨ ਸ਼ੁੱਧ ਹੋ ਜਾਂਦਾ, ਫਿਰ ਗੁਰੂ ਸ਼ਬਦ ਦਾ ਰੂਪ ਹੀ ਹੋ ਜਾਂਦਾ, ਸ਼ਬਦ ਦੇ ਵਿੱਚ ਮਨ ਫਿਰ ਟਿਕ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਗੁਰਬਾਣੀ ਵਿੱਚ ਬਚਨ ਕੀਤੇ ਹੈ, ਜਿਉ ਕਨਕੋ ਕੋਠਾਲੀ ਚੜ੍ਹਿਓ ਕਬਰ ਹੋਤ ਫਿਰੋ, ਜਬ ਤੇ ਸੁਧ ਪਏ ਹੈ ਬਾਰਹੇ, ਤਬ ਤੇ ਥਾਨ ਥਿਰੋ। ਤਾਂ ਹੀ ਕਹਿੰਦੇ ਮਨ ਟਿਕਦਾ ਹੈ ਜੇ ਸੁਧ ਹੋ ਜਾਂਦਾ ਹੈ ਤਾਂ। ਗੁਰਮੁਖਾਂ ਨੇ ਸ਼ਬਦ ਦੀ ਕਸਵੱਟੀ ਲਾ ਕੇ ਮਨ ਨੂੰ ਮਾਰਿਆ ਹੈ, ਆਪਣੇ ਵਸ ਵਿੱਚ ਕੀਤਾ ਹੈ। ਹੋਰ ਭਾਵੇਂ ਕਿੰਨਾ ਵੀ ਜਗਤ ਅੰਦਰ ਜੀਵਾਂ ਨੇ ਯਤਨ ਕੀਤਾ, ਪਰ ਮਨ ਨੂੰ ਆਪਣੇ ਵਸ ਵਿੱਚ ਨਹੀਂ ਕਰ ਸਕੇ। ਸਾਰੀ ਦੁਨੀਆ ਨੂੰ ਭਾਵੇਂ ਉਹਨਾਂ ਨੇ ਆਪਣੇ ਵਸ ਵਿੱਚ ਕਰ ਲਿਆ, ਸਭ ਤੋਂ ਜਿੱਤ ਪ੍ਰਾਪਤ ਕਰ ਲਈ। ਪਾਰਸਨਾਥ ਵਰਗਿਆਂ ਨੇ, ਸਾਧ ਸੰਗਤ ਜੀ, ਜੋ ਸ਼ਸਤਰ ਵਿੱਦਿਆ ਕਰਕੇ ਸਭ ਨੂੰ ਜਿੱਤ ਲਿਆ ਸੀ, ਸ਼ਾਸਤਰ ਵਿੱਦਿਆ ਕਰਕੇ ਵੀ ਸਭ ਤੇ ਜਿੱਤ ਪ੍ਰਾਪਤ ਕਰ ਲਈ ਸੀ। ਸ਼ਸਤਰ ਤੇ ਸ਼ਾਸਤਰ ਵਿੱਦਿਆ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਜਿੱਤ ਲਿਆ ਸੀ, ਪਰ ਆਪਣੇ ਮਨ ਨੂੰ ਨਹੀਂ ਸੀ ਜਿੱਤ ਸਕਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਜਿਹੜਾ ਮਨ ਨੂੰ ਜਿੱਤਣਾ ਹੈ ਨਾ, ਇਹ ਸ਼ਬਦ ਦੀ ਕਸਵੱਟੀ ਲਾ ਕੇ ਹੈ। ਮਨ ਦੀ ਇੱਦਾਂ ਦੀ ਹਾਲਤ ਹੈ, ਮਨ ਬਾਰ-ਬਾਰ ਭਟਕਦਾ ਹੈ। ਇਹ ਮਨ ਉੱਡਣ ਪੰਖੇਰੂ ਬਨ ਕਾ, ਕਦੇ ਪੰਛੀਆਂ ਦੀ ਤਰ੍ਹਾਂ ਉਡਾਰੀਆਂ ਮਾਰਦਾ, ਕਦੇ ਅੜੀਅਲ ਘੋੜੇ ਦੀ ਤਰ੍ਹਾਂ ਇਹ ਮਨ ਦਾ ਸੁਭਾਅ ਹੈ, ਬਾਰ-ਬਾਰ ਜਿੱਦ ਕਰਦਾ ਹੈ। ਪਰ ਸਤਿਗੁਰੂ ਜੀ ਕਿਰਪਾ ਕਰ ਦੇਣ, ਜਿਸ ਹਿਰਦੇ ਅੰਦਰ ਮਹਾਰਾਜ ਸ਼ਬਦ ਦੀ ਦਾਤ ਬਖਸ਼ਿਸ਼ ਕਰ ਦੇਣ, ਉਸ ਗੁਰਮੁਖ ਪਿਆਰੇ ਦਾ ਮਨ ਟਿਕਾਓ ਵਿੱਚ ਆ ਜਾਂਦਾ ਹੈ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਜਿਨ੍ਹਾਂ ਨੇ ਸ਼ਬਦ ਦੀ ਕਸਵੱਟੀ ਲਾਈ ਹੈ, ਉਹਨਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਹੈ। ਮਨ ਹੀ ਨਾਲ ਝਗੜਾ। ਮਹਾਰਾਜ ਕਹਿੰਦੇ ਉਹ ਗੁਰਮੁਖ ਪਿਆਰੇ ਫਿਰ ਜਗਤ ਦੇ ਨਾਲ ਨਹੀਂ ਝਗੜਦੇ, ਕਿਉਂਕਿ ਮਨੁੱਖ ਦਾ ਸੁਭਾਅ ਹੁੰਦਾ ਕਦੇ ਕਿਸੇ ਨਾਲ ਝਗੜਦਾ ਰਹਿੰਦਾ, ਕਦੇ ਕਿਸੇ ਨਾਲ ਝਗੜਦਾ ਹੈ। ਪਰ ਗੁਰਮੁਖਾਂ ਦਾ ਜੀਵਨ
ਜਗਤ ਦੇ ਜੀਵਾਂ ਨਾਲੋਂ ਬਹੁਤ ਨਿਵੇਕਲਾ ਹੁੰਦਾ ਹੈ। ਉਹ ਸੰਸਾਰ ਦੇ ਲੋਕਾਂ ਨਾਲ ਨਹੀਂ ਝਗੜਦੇ, ਮਨ ਹੀ ਨਾਲ ਝਗੜਾ, ਉਹ ਮਨ ਦੇ ਨਾਲ ਝਗੜਦੇ ਹੈ। ਕਿਸ ਕਰਕੇ? ਕਿਉਂਕਿ ਮਨ ਦਾ ਸੁਭਾਅ ਹਰ ਸਮੇਂ ਢਲਿਆਈ ਵਾਲੇ ਪਾਸੇ ਜਾਣਾ, ਮਨ ਦਾ ਸੁਭਾਅ ਇੱਦਾਂ ਦਾ। ਪਰ ਜੋ ਗੁਰਮੁਖ ਪਿਆਰੇ ਹਰ ਸਮੇਂ ਝਗੜਦੇ ਆ, ਨਹੀਂ ਮਨਾ, ਜੇ ਕੁਸੰਗਤ ਵੱਲ ਜਾਵੇਂਗਾ ਤੇ ਤੇਰਾ ਭਲਾ ਨਹੀਂ ਹੋਣਾ, ਜੇ ਬੁਰੇ ਕਰਮ ਕਰੇਂਗਾ ਤੇ ਤੇਰਾ ਕਦੇ ਜੀਵਨ ਨਹੀਂ ਸੁਧਰਨਾ। हे ਮਨਾ, ਤੂੰ ਕਦੇ ਪਵਿੱਤਰ ਨਹੀਂ ਹੋ ਸਕੇਗਾ ਜੇ ਗੁਰੂ ਕੀ ਸੰਗਤ ਨਾ ਕਰੇਂਗਾ। ਤਾਂ ਹਰ ਸਮੇਂ ਮਨ ਦੇ ਨਾਲ ਹੀ ਝਗੜਦੇ ਰਹਿੰਦੇ ਆ, ਮਨ ਨੂੰ ਬੁਰੇ ਪਾਸੇ ਜਾਣ ਤੋਂ ਵਿਵਰਜਿਤ ਕਰਦੇ ਆ, ਤਾੜਦੇ ਰਹਿੰਦੇ ਆ। ਐਸੇ ਉਹ ਗੁਰਮੁਖ ਹਨ, ਮਨ ਦੇ ਨਾਲ ਹੀ ਹਰ ਸਮੇਂ ਝਗੜਾ ਕਰਦੇ ਹਨ। ਮਨ ਹੀ ਨਾਲ ਸਾਥ, ਤੇ ਸਤ ਨਾਮ ਹੈ। ਜਿਵੇਂ ਬਹੁਤ ਸਾਰੇ ਲੋਕ ਇਕੱਠੇ ਹੋ ਕਰਕੇ ਬੈਠਦੇ ਆ, ਸੱਥ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ, ਵਿਚਾਰਾਂ ਕਰਦੇ ਆ, ਮਖੌਲ ਕਰਦੇ ਆ, ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਮਨ ਨੂੰ ਹੀ ਆਪਣੇ ਸਾਥ ਬਣਾਉਂਦੇ ਆ, ਮਨ ਦੇ ਨਾਲ ਹੀ ਹਰ ਸਮੇਂ ਵਿਚਾਰ ਕਰਦੇ ਹਨ। ਮਨ ਹੀ ਮੰਝ ਸਮਾਏ, ਤੇ ਫਿਰ ਮਨ ਕਰਕੇ ਹੀ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਆ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ, ਹਰ ਸਮੇਂ ਮਨ ਦੇ ਨਾਲ ਹੀ ਝਗੜਾ ਕਰਦੇ ਰਹਿਣਾ। ਜਿਵੇਂ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਗਾਥਾ ਮਿਲਦੀ ਹੈ, ਜੋ ਸ਼੍ਰੀਮਾਨ ਸੰਤ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ, ਜਦੋਂ ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਮਹਾਂਪੁਰਖਾਂ ਦੇ ਨਾਲ ਸੇਵਾ ਕਰਦੇ, ਤੇ ਜੇਕਰ ਆਉਂਦਾ ਹੈ ਮਹਾਂਪੁਰਖਾਂ ਦੇ ਜੀਵਨ ਵਿੱਚ ਇੱਕ ਲਾਂਗਰੀ ਸਿੰਘ ਗਜ਼ਾ ਕਰਨ ਵਾਸਤੇ ਸਾਧ ਸੰਗਤ ਜੀ ਹਰ ਰੋਜ਼ ਪਿੰਡਾਂ ਦੇ ਵਿੱਚ ਜਾਇਆ ਕਰਦਾ। ਕੁਝ ਸਮੇਂ ਵਾਸਤੇ ਉਹ ਲਾਂਗਰੀ ਸਿੰਘ ਛੁੱਟੀ ਗਿਆ ਹੋਇਆ ਸੀਗਾ ਤੇ 2-4 ਦਿਨ ਲਗਾਤਾਰ ਕਿਸੇ ਨੇ ਗਜ਼ਾ ਨਾ ਕੀਤੀ। ਬਾਬਾ ਜੀਵਨ ਸਿੰਘ ਜੀ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਮੈਨੂੰ ਆਗਿਆ ਦੇਵੋ, ਮੈਂ ਗਜ਼ਾ ਕਰਕੇ ਲੈ ਆਇਆ ਕਰਾਂ। ਤੇ ਪਹਿਲਾਂ ਤਾਂ ਮਨਾ ਕਰ ਦਿੱਤਾ, ਫਿਰ ਜਦੋਂ ਬਾਰ-ਬਾਰ ਬੇਨਤੀਆਂ ਕੀਤੀਆਂ ਕਿ ਮਹਾਂਪੁਰਖੋ ਮੈਨੂੰ ਆਗਿਆ ਦੇਵੋ, ਫਿਰ ਸਾਧ ਸੰਗਤ ਜੀ ਇੱਕ ਦਿਨ ਮਹਾਂਪੁਰਖ ਸੰਤ ਬਾਬਾ ਗੁਰਮੁਖ ਸਿੰਘ ਜੀ ਨੇ ਬੈਠਿਆਂ ਹੋਇਆ ਬਾਬਾ ਜੀਵਨ ਸਿੰਘ ਜੀ ਦੇਖ ਰਹੇ ਸਨ। ਬੈਠਿਆਂ ਹੋਇਆ ਬੜੇ ਉੱਚੀ ਦੇ ਨਾਲ ਹੌਕਾ ਲਿਆ ਤੇ ਬੜੇ ਹੈਰਾਨ ਹੋ ਕੇ ਪੁੱਛਿਆ ਕਿ ਮਹਾਂਪੁਰਖੋ ਕੀ ਕਾਰਨ ਹੈ, ਸਿਹਤ ਠੀਕ ਠਾਕ ਹੈ ਤੁਹਾਡੀ? ਕਹਿੰਦੇ ਜੀ ਠੀਕ ਹੈ। ਫਿਰ ਕੀ ਕਾਰਨ ਮਹਾਂਪੁਰਖੋ, ਹੌਕਾ ਕਿਉਂ ਲਿਆ ਉੱਚੀ ਦੇ ਨਾਲ? ਕਹਿੰਦੇ ਕਿ ਅੱਜ ਹਫ਼ਤਾ ਹੋ ਚੱਲਿਆ ਕਿ ਬਹੁਤ ਵੱਡਾ ਜੋ ਯੱਗ ਹੁੰਦਾ ਸੀ ਨਾ ਹਰ ਇੱਕ ਘਰ ਦੇ ਅੰਦਰ, ਉਹ ਪੂਰਾ ਨਹੀਂ ਹੋ ਰਿਹਾ, ਬਹੁਤ ਘਾਟਾ ਪੈ ਰਿਹਾ ਹੈ ਸੰਗਤਾਂ ਨੂੰ। ਤੇ ਕਹਿੰਦੇ ਮਹਾਂਪੁਰਖੋ ਸਮਝੇ ਨਹੀਂ ਤੁਹਾਡੀ ਰਮਜ ਨੂੰ। ਫਿਰ ਦੱਸਿਆ ਕਿ ਜਦੋਂ ਗਾਜੀ ਸਿੰਘ ਘਰ ਘਰ ਜਾ ਕੇ ਪ੍ਰਸ਼ਾਦਿਆਂ ਦੀ ਦੁੱਧ ਦੀ ਗਜਾ ਕਰਦਾ, ਸੇਵਾ ਲੈ ਕੇ ਆਉਂਦਾ, ਗੁਰੂ ਦੀਆਂ ਸੰਗਤਾਂ ਛਕਦੀਆਂ ਨੇ, ਉਹਨਾਂ ਦਾ ਭਲਾ ਹੁੰਦਾ ਹੈ। ਕੋਈ 2 ਕੋਈ 4 ਪ੍ਰਸ਼ਾਦੇ, ਜਿੰਨੀ ਕੋ ਕਿਸੇ ਕੋਲ ਸਮਰੱਥਾ ਹੈ ਉਹ ਦਿੰਦਾ, ਕਿ ਗੁਰੂ ਕੀ ਸੰਗਤਾਂ ਨੇ ਪ੍ਰਸ਼ਾਦਾ ਛਕਣਾ ਹੈ, ਗੁਰੂ ਘਰ ਵਾਸਤੇ ਉਹ ਭਾਵਨਾ ਦੇ ਨਾਲ ਸੇਵਾ ਕਰਦੇ ਹੈ। ਜੇ 2 ਪ੍ਰਸ਼ਾਦੇ ਵੀ ਇੱਕ ਦਿਨ ਦੇ ਆਉਣ ਤੇ 1 ਮਹੀਨੇ ਦੇ 60 ਪ੍ਰਸ਼ਾਦੇ ਬਣ ਜਾਂਦੇ ਹੈ। ਇਹ ਇੱਕ ਹਫ਼ਤਾ ਹੋ ਗਿਆ। ਤੇ ਜਿਹੜਾ ਯੱਗ ਹੁੰਦਾ ਸੀ ਨਾ, ਭਾਵ ਇੱਕ ਤਰ੍ਹਾਂ ਦਾ ਯੱਗ ਹੀ ਸੀਗਾ, ਕਿਉਂਕਿ ਘਰ ਦੇ ਵਿੱਚ ਗਰੀਬੀ ਹੋਣੇ ਕਰਕੇ ਜਿਹੜੇ 5 ਸਿੰਘਾਂ ਨੂੰ ਪ੍ਰਸ਼ਾਦਾ ਨਹੀਂ ਛਕਾ ਸਕਦੇ, ਉਹ ਇੱਦਾਂ ਭਾਵਨਾ ਦੇ ਨਾਲ ਸੇਵਾ ਕਰਦੇ ਹੈ। ਤੇ ਫਿਰ ਮਹਾਂਪੁਰਖਾਂ ਤੋਂ ਆਗਿਆ ਲੈ ਕਰਕੇ ਬਾਬਾ ਜੀਵਨ ਸਿੰਘ ਜੀ ਜਦੋਂ ਸੇਵਾ ਵਾਸਤੇ ਗਏ, ਇਹ ਸਾਧ ਸੰਗਤ ਜੀ ਪਹਿਲਾਂ ਨਾਲ ਇੱਕ ਸਿੰਘ ਨੂੰ ਭੇਜ ਦਿੱਤਾ ਜਿਸ ਨਗਰਾਂ ਵਿੱਚੋਂ ਸੇਵਾ ਕਰਨੀ ਸੀ। ਫਿਰ ਜਦੋਂ ਗਰਾਹੀ ਜਦੋਂ ਸਾਰੀ ਗਜਾ ਕਰ ਲਈ ਨਾ, ਬਹੁਤ ਭਾਰ ਹੋ ਗਿਆ ਪ੍ਰਸ਼ਾਦਿਆਂ ਦਾ। ਇੱਕ ਜੋ ਝੋਲੀ ਸੀ 2 ਮੋਢਿਆਂ ਤੇ ਪਾਈ, ਸੀਸ ਦੇ ਉੱਪਰ ਵੀ ਆਪਣੇ ਟੋਕਰਾ ਚੱਕਿਆ ਹੋਇਆ ਪ੍ਰਸ਼ਾਦਿਆਂ ਦਾ, ਤੇ ਇੱਕ ਸਾਧ ਸੰਗਤ ਜੀ ਦੁੱਧ ਦੀ ਜੋ ਬਹੁਤ ਵੱਡੀ ਡਿੱਗੀ ਭਰੀ ਹੋਈ ਸੀ, ਭਾਵ ਵਜਨ ਝੱਲਣ ਦੇ ਨਾਲੋਂ ਜ਼ਿਆਦਾ ਭਾਰ ਹੋ ਗਿਆ ਸੀ। ਗਜਾ ਕਰਕੇ ਵਾਪਸ ਆ ਰਹੇ ਤੇ ਇੱਕ ਸਿੰਘ ਜੋ ਚਿਹਰੇ ਦਾ ਦਗਦਾ ਹੋਇਆ ਨੂਰ ਨਜ਼ਰ ਆ ਰਿਹਾ ਸੀਗਾ, ਘੋੜੇ ਤੇ ਚੜ੍ਹਿਆ ਹੋਇਆ ਆਇਆ ਤੇ ਬਾਬਾ ਜੀਵਨ ਸਿੰਘ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ ਮੈਂ ਵੀ ਗੁਰੂ ਘਰ ਹੀ ਜਾਣਾ, ਲਿਆਓ, ਕਿੰਨਾ ਭਾਰ ਚੁੱਕਿਆ ਮੈਨੂੰ ਦੇ ਦੇਵੋ। ਤੇ ਅੱਗੋਂ ਇਨਕਾਰ ਕਰ ਦਿੱਤਾ, ਨਹੀਂ, ਇਹ ਗੁਰੂ ਪਾਤਸ਼ਾਹ ਜੀ ਨੇ ਸੇਵਾ ਮੈਨੂੰ ਬਖਸ਼ੀ ਹੈ, ਮੈਂ ਤੁਹਾਨੂੰ ਨਹੀਂ ਦੇ ਸਕਦਾ। ਤੇ ਉਹ ਸਿੰਘ ਫਿਰ ਅੱਗੇ ਚਲਾ ਗਿਆ, ਫਿਰ ਮੁੜ ਕੇ ਵਾਪਸ ਆਇਆ
ਤੇ ਇਧਰੋਂ ਮਨ ਬਾਰ-ਬਾਰ ਕਹੀ ਜਾਵੇ ਕਿ ਮਨਾ ਕਿ ਮੈਨੂੰ ਥੋੜਾ ਸਮਾਂ ਇੱਥੇ ਰੈਸਟ ਕਰਨ ਦੇ, ਆਰਾਮ ਕਰਨ ਦੇ, ਆਰਾਮ ਕਰਨੇ ਨੂੰ ਚਿੱਤ ਕਰਦਾ ਤੇ ਮਨ ਦੇ ਨਾਲ ਬਾਰ-ਬਾਰ ਝਗੜਾ ਕਰਦੇ ਆ, ਨਹੀਂ ਮਨਾ ਇੱਥੇ ਨਹੀਂ, ਥੋੜਾ ਅੱਗੇ ਜਾ ਕੇ ਉੱਥੇ ਰੋਕਿਆ ਉਹ ਛਾਂ ਦੇ ਹੇਠਾਂ ਤੈਨੂੰ ਫਿਰ ਜਾ ਕਰਕੇ ਉੱਥੇ ਆਰਾਮ ਦਿੰਦੇ ਆ। ਫਿਰ ਉਹ ਲੰਘ ਗਈ ਜਗ੍ਹਾ ਤੇ ਫਿਰ ਮਨ ਬਾਰ-ਬਾਰ ਅੰਦਰੋਂ ਕਹਿੰਦਾ ਕਿ ਮੈਨੂੰ ਆਰਾਮ ਚਾਹੀਦਾ। ਬਾਰ-ਬਾਰ ਮਨ ਨੂੰ ਤਾੜਨਾ ਕਰਦਿਆਂ ਹੋਇਆਂ ਕਿੰਨੀ ਦੂਰੀ ਤੋਂ ਚੱਲ ਕਰਕੇ ਇਸੇ ਤਰ੍ਹਾਂ ਹੀ ਆ ਗਏ। ਔਰ ਜਦੋਂ ਨੇੜੇ ਆਏ ਤੇ ਉਹ ਸਿੰਘ ਘੋੜੇ ਤੇ ਚੜ੍ਹਿਆ ਹੋਇਆ ਅਸਵਾਰ ਘੋੜੇ ਤੇ ਫੇਰ ਆਇਆ ਤੇ ਕਹਿਣ ਲੱਗੇ ਬਾਬਾ ਜੀ ਮੈਨੂੰ ਸੇਵਾ ਦੇ ਦਿਓ, ਬਹੁਤ ਜ਼ਿਆਦਾ ਵਜ਼ਨ ਤੁਸੀਂ ਚੱਕਿਆ ਹੋਇਆ। ਫਿਰ ਇਨਕਾਰ ਕਰ ਦਿੱਤਾ। ਜਦੋਂ ਤੀਜੀ ਵਾਰ ਕਿਹਾ ਤੇ ਫਿਰ ਬਾਬਾ ਜੀਵਨ ਸਿੰਘ ਜੀ ਨੇ ਜਿਹੜਾ ਪ੍ਰਸ਼ਾਦੇ ਵਾਲਾ ਸਤ ਸੰਗਤ ਜੀ ਟੋਕਰਾ ਸੀ ਉਹ ਦੇ ਦਿੱਤਾ। ਜਦੋਂ ਗੁਰੂ ਘਰ ਵਿੱਚ ਪਹੁੰਚੇ ਆ ਕੇ ਬਾਬਾ ਜੀ ਨੂੰ ਫਤਿਹ ਬੁਲਾਈ, ਬਾਬਾ ਗੁਰਮੁਖ ਸਿੰਘ ਜੀ ਮਹਾਂਪੁਰਖਾਂ ਨੂੰ, ਤੇ ਮਹਾਂਪੁਰਖ ਅੰਤਰਜਾਮੀ ਸਨ। ਕਹਿਣ ਲੱਗੇ ਕਿ ਜੀਵਨ ਸਿੰਘ ਅੱਜ ਕੀ ਹੋਇਆ ਸੀ ਜਦੋਂ ਗਜਾ ਕਰਨ ਗਏ ਸੀ। ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਖੋ ਆਪ ਜੀ ਸਭ ਜਾਣਦੇ ਹੋ